ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਹਾਜ਼ਰ ਹੋ ਗਏ ਜੀ ਲੈ ਕੇ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੁੰਦੇ ਨੇ ਬਲਤੇਜ ਪੰਨੂ ਜੀ। ਦੱਸਦੇ ਨੇ ਸਾਨੂੰ ਭਾਰਤ ਵਿੱਚ ਪੰਜਾਬ ਦੇ ਵਿੱਚ ਜਿਹੜੀ ਉੱਥੇ ਦੀ ਉੱਥਲ ਪੁਥਲ ਆ ਪੋਲੀਟਿਕਸ ਦੇ ਵਿੱਚ ਕੀ ਕੁਛ ਹੋ ਰਿਹਾ ਆ, ਉਹਨਾਂ ਦੀ ਜਵਾਨੀ ਆਪਾਂ ਉਹਨਾਂ ਤੋਂ ਸੁਣਦੇ ਹਾਂ। ਪੰਜਾਬੀ ਰੇਡੀਓ USA ਨੂੰ ਤੁਸੀਂ ਸੁਣ ਸਕਦੇ ਆ ਜੀ ਸੈੱਟ ਤੇ ਨੈੱਟ ਤੇ ਫੋਨ ਤੇ। ਨੈੱਟ ਤੇ ਸੁਣਨੇ ਲਈ ਇਸ ਦਾ ਐਡਰੈਸ ਹੈ ਜੀ www.punjabiradiousa.com। ਅਮਰੀਕਾ ਦੇ ਕਿਸੇ ਹਿੱਸੇ ਵਿੱਚ ਵੀ ਰਹਿੰਦੇ ਆ, ਫੋਨ ਤੇ ਸੁਣਨਾ ਆ 832-551-5029 832-551-5029। ਦੂਸਰਾ ਫੋਨ ਨੰਬਰ 6054756868। ਤੇ ਗੱਲਬਾਤ ਕਰਦੇ ਹਾਂ ਬਲਤੇਜ ਪੰਨੂ ਹੋਰਾਂ ਦੇ ਨਾਲ। ਬਲਤੇਜ ਪੰਨੂ ਜੀ ਸਤਿ ਸ੍ਰੀ ਅਕਾਲ, ਸਵਾਗਤ ਹੈ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਮਿਹਰਬਾਨੀ। ਬਿਲਕੁਲ ਬਲਤੇਜ ਪੰਨੂ ਜੀ, ਅਸੀਂ ਤੇ ਤੋਂ ਜਾਣਨਾ ਚਾਹਾਂਗੇ ਕਿ ਜਿਹੜੀਆਂ ਖਬਰਾਂ ਆ ਉਹਨਾਂ ਤੇ ਨਜ਼ਰ ਮਾਰਦੇ ਆ ਕਿ ਉੱਥੇ ਕੀ ਕੁਛ ਚੱਲ ਰਿਹਾ ਆ। ਤੇ ਜਿਵੇਂ ਖਬਰਾਂ ਦੇ ਵਿੱਚ ਆਇਆ ਕਿ ਮੋਦੀ ਨੇ ਮੰਤਰੀ ਮੰਡਲ ਨੂੰ ਜਿਹੜਾ 100 ਦਿਨ ਦਾ ਏਜੰਡਾ ਦਿੱਤਾ ਆ, ਉਹਦੇ ਬਾਰੇ ਜ਼ਰੂਰ ਜਾਣਕਾਰੀ ਦਿਓ, ਕਿਉਂਕਿ ਅਮਰੀਕਾ ਦੇ ਵਿੱਚ ਤੇ ਸੁਣਿਆ ਸੀਗਾ, ਇੰਡੀਆ ਦੇ ਵਿੱਚ ਵੀ ਆ ਜਿਹੜਾ ਇਹ ਚੰਗੀ ਸ਼ੁਰੂਆਤ ਹੈਗੀ ਆ ਜੀ। ਕਿੰਨੀ ਕੁ ਇੰਪਲੀਮੈਂਟ ਹੋ ਸਕਦੀ ਹੈ ਜੀ, ਇਹ ਬਾਅਦ ਵਾਲੀ ਗੱਲ ਹੈ। ਪਰ ਨਰਿੰਦਰ ਮੋਦੀ ਹੋਰਾਂ ਨੇ ਜਿਹੜੇ ਪ੍ਰਧਾਨ ਮੰਤਰੀ ਬਣੇ ਨੇ, ਉਹਨਾਂ ਨੇ ਚੰਗੇ ਨਤੀਜਿਆਂ ਦੇ ਵਾਸਤੇ ਜਿਹੜੇ ਆਪਣੇ ਸਾਥੀ ਮੰਤਰੀ ਨੇ ਉਹਨਾਂ ਨੂੰ 100 ਦਿਨ ਦਾ ਏਜੰਡਾ 100 ਡੇਜ਼ ਏਜੰਡਾ ਜਿਹੜਾ ਜੀ ਉਹ ਮਿੱਥਣ ਦੀ ਹਦਾਇਤ ਜਿਹੜੀ ਦਿੱਤੀ ਹੈ। ਇਹ ਆਖਿਆ ਕਿ 2 ਦਿਨ ਬਾਅਦ ਉਹ ਦੁਬਾਰਾ ਫੇਰ ਇਹਨਾਂ ਸਾਰੇ ਮੰਤਰੀਆਂ ਨੂੰ ਮਿਲਣਗੇ ਤੇ ਉਹਨਾਂ ਨੂੰ ਪੁੱਛਣਗੇ ਕਿ ਕਿਹਨੇ ਕੀ ਏਜੰਡਾ ਜਿਹੜਾ ਜੀ 100 ਦਿਨ ਦੇ ਵਾਸਤੇ ਮਿੱਥਿਆ ਹੈ। ਇਹ ਵਿਸ਼ੇਸ਼ ਜਿਹੜੀ ਮੀਟਿੰਗ ਸੀ ਨਰਿੰਦਰ ਮੋਦੀ ਹੋਰਾਂ ਨੇ ਕੱਲ ਆਪਣੇ ਮੰਤਰੀ ਮੰਡਲ ਦੀ ਕੀਤੀ, ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਜੇਕਰ ਲੋਕਾਂ ਨੂੰ ਜਵਾਬ ਦੇ ਨਾ ਹੋਏ ਤਾਂ ਲੋਕਾਂ ਦੇ ਦਿਲਾਂ ਤੋਂ ਤੁਸੀਂ ਛੇਤੀ ਜਿਹੜਾ ਜੀ ਉਤਰ ਜਾਓਗੇ। ਔਰ ਜਿਹੜਾ ਪ੍ਰਾਈਮ ਮਿਨਿਸਟਰ ਆਫਿਸ ਹੈ ਹੁਣ ਉਹ ਥੋੜਾ ਪਤਾ ਨਹੀਂ ਕਿੰਨੀ ਦੇਰ ਲਈ ਆ ਪਰ ਤੇਜ਼ ਤਰਾਰ ਹੋਇਆ, ਕਿਉਂਕਿ 8:45 ਵਜੇ ਹੀ ਤਕਰੀਬਨ ਜਿਹੜੇ ਨਰਿੰਦਰ ਮੋਦੀ ਆਪਣੇ ਦਫ਼ਤਰ ਪਹੁੰਚਦੇ ਨੇ ਉਦੋਂ ਪਹਿਲਾਂ ਹਮਲਾ ਫੈਲਾ ਉੱਥੇ ਪਹੁੰਚਣ ਲੱਗ ਪਿਆ। ਕੱਲ ਵੀ ਉਹਨਾਂ ਨੇ 2 ਵਾਰੀ ਦਿਨ ਦੇ ਵਿੱਚ ਜਿਹੜਾ ਜੀ ਇਹ ਗੇੜਾ ਲਾਇਆ, ਇੱਕ ਵਾਰੀ ਸਵੇਰੇ ਇੱਕ ਵਾਰੀ ਦੁਪਹਿਰ ਤੋਂ ਬਾਅਦ ਸਾਰੇ ਦਫ਼ਤਰ ਦਾ। ਔਰ ਇਹ ਵੀ ਆਖਿਆ ਕਿ ਉਹ ਹਰੇਕ ਦਫ਼ਤਰ ਦੇ ਵਿੱਚ ਕੰਮ ਕਰਨ ਵਾਲੇ ਵਿਅਕਤੀ ਦੇ ਅਵੇਲੇਬਲ ਨੇ ਜੇ ਉਹਦੇ ਕੋਲੇ ਕੋਈ ਨਵਾਂ ਜਿਹੜਾ ਆਈਡੀਆ ਹੈ ਤਾਂ। ਜੇ ਇਸੇ ਤਰੀਕੇ ਦੇ ਨਾਲ ਤੇਜ਼ ਤਰ੍ਹਾਂ ਰਹਿੰਦਾ ਤਾਂ ਨਿਰਸੰਦੇਹ ਕੁਝ ਕੰਮ ਹੋਣ ਦੇ ਆਸਾਰ ਜਿਹੜੇ ਬਣ ਸਕਦੇ ਨੇ, ਜਿਹੜੇ ਪਿਛਲੇ ਦਿਨਾਂ ਤੋਂ ਜਿਹੜਾ ਸੀਗਾ ਜੀ ਠੰਡੇ ਪਏ ਹੋਏ ਨੇ ਜੀ, ਢਿੱਲੇ ਮੱਠੇ ਪਏ ਹੋਏ ਨੇ। ਉਹ 100 ਦਿਨ ਦੇ ਏਜੰਡੇ ਦੀ ਗੱਲ ਤੁਹਾਡੀ ਠੀਕ ਹੈ, ਜਿਵੇਂ ਵਿਦੇਸ਼ਾਂ ਦੇ ਵਿੱਚ ਤਾਂ ਇਹ ਚੱਲਦਾ। ਵੇਖਦੇ ਆ ਜੀ ਕਿ 100 ਦਿਨਾਂ ਦੇ ਵਿੱਚ ਇਹ ਮੰਤਰੀ ਜਿਹੜੇ ਨੇ ਉਹ ਕੀ ਗੁੱਲ ਖਿਲਾਉਂਦੇ ਨੇ ਜੀ। ਤੇ ਅੱਗੇ ਚੱਲਦੇ ਆ ਜੀ, ਜਿਵੇਂ ਹੁਣ ਨਸ਼ੇ ਦੀ ਆ ਗੱਲਬਾਤ ਬਹੁਤ ਹੋ ਰਹੀ ਆ, ਕਿਉਂਕਿ ਜਦੋਂ ਪਹਿਲਾਂ ਕਹਿੰਦੇ ਸੀਗੇ ਨਸ਼ਾ ਬਹੁਤ ਆ ਤੇ ਉਹ ਕਹਿੰਦੇ ਸੀ ਨਹੀਂ ਜੀ ਇਹ ਤਾਂ ਵਿਦੇਸ਼ੀਆਂ ਨੂੰ ਦਿਸਦਾ, ਇੱਥੇ ਨਸ਼ਾ ਨਹੀਂ ਬਹੁਤਾ ਹੈਗਾ। ਹੁਣ ਜਿਵੇਂ ਸਾਰਿਆਂ ਨੂੰ ਪਤਾ ਕਿ ਪੰਜਾਬ ਪੂਰਾ ਨਸ਼ੇੜੀ ਹੋਇਆ ਪਿਆ ਆ, ਜਿਹੜੀ ਨੌਜਵਾਨ ਪੀੜ੍ਹੀ ਆ ਉਹ ਤੇ ਬਹੁਤ ਹੀ ਨਸ਼ੇੜੀ ਹੋਈ ਪਈ ਆ। ਕੀ ਉਹਨਾਂ ਦੇ ਨਸ਼ੇ ਛਡਾਉਣ ਲਈ ਵੀ ਪ੍ਰਸ਼ਾਸਨ ਕੁਛ ਕਰ ਰਿਹਾ ਹੈ? ਇਹ ਇਹਨਾਂ ਦੀ ਇੱਕ ਬੜਾ ਗੰਭੀਰ ਇਸ਼ੂ ਹੈ ਕਿ ਨਸ਼ੇ ਛਡਾਉਣ ਦੇ ਵਾਸਤੇ ਜਿਹੜਾ ਨਾ ਜੀ ਉਹ ਕੀ ਕੀਤਾ ਜਾ ਰਿਹਾ। ਜਿਹੜੇ ਨਸ਼ਾ ਛਡਾਊ ਕੇਂਦਰ ਨੇ ਉਹਨਾਂ ਦੇ ਵਿੱਚ ਤਾਂ ਕੁੱਟਮਾਰ ਕਰਕੇ ਹੀ ਜਿਹੜਾ ਨਾ ਜੀ ਉਹ ਨਸ਼ਾ ਛੁਡਾਇਆ ਜਾਂਦਾ। ਬਹੁਤ ਬੁਰਾ ਹਾਲ ਜਿਹੜਾ ਜੀ ਉੱਥੇ ਨਸ਼ੇੜੀਆਂ ਦਾ ਕੀਤਾ ਜਾਂਦਾ ਔਰ ਉਹ ਤਰਾਹ ਕਰਦੇ ਨੇ। ਹਾਲਾਂਕਿ ਜੇ ਸਖਤੀ ਨਹੀਂ ਹੁੰਦੀ ਤਾਂ ਉਹ ਛੱਡਦੇ ਵੀ ਨਹੀਂ, ਪਰ ਤੌਰ ਤਰੀਕੇ ਕੁਛ ਹੋਰ ਵੀ ਹੋ ਸਕਦੇ ਨੇ। ਕਈ ਲੋਕ ਕਹਿੰਦੇ ਨੇ ਕਿ ਸਮਝਾਇਆ ਜਿਹੜਾ ਬੰਦਾ ਜੀ ਉਹ ਛੱਡ ਸਕਦਾ ਜਾਂ ਉਹਨੂੰ ਕਾਉਂਸਲਿੰਗ ਦੀ ਜ਼ਰੂਰਤ ਹੈ, ਪਰ ਇੱਕ ਗੱਲ ਇੱਥੇ ਇਹ ਨਹੀਂ ਭੁੱਲਣੀ ਚਾਹੀਦੀ, ਜਿਹੜਾ ਨਸ਼ੇੜੀ ਆ ਉਹਦੇ ਉੱਤੇ ਕਾਉਂਸਲਿੰਗ ਜਾਂ ਸਮਝਾਉਣ ਵਾਲਾ ਜਿਹੜਾ ਹੁੰਦਾ ਨਾ ਜੀ ਬੰਦਾ, ਉਹ ਤਾਂ ਉਤੋਂ ਦੀ ਉਹਦੇ ਲੰਘ ਜਾਂਦਾ। ਜਿਹੜਾ ਹੈ ਹੀ ਨਸ਼ੇ ਜਿਹਨੂੰ ਪਤਾ ਹੀ ਨਹੀਂ, ਸੁਰਤ ਹੀ ਨਹੀਂ ਉਹ ਕੀ ਕਰ ਰਿਹਾ, ਉਹਨੂੰ ਕੀ ਸਮਝਾਇਆ ਜਾ ਸਕਦਾ। ਪਰ ਇੱਥੇ ਜਿਹੜੀ ਪਟਿਆਲੇ ਦੀ ਪੁਲਿਸ ਹੈ ਜੀ, ਉਹਦੇ SSP ਹਰਦਿਆਲ ਸਿੰਘ ਮਾਨ ਹੋਰਾਂ ਨੇ ਇੱਕ ਨਵੀਂ ਕੋਸ਼ਿਸ਼ ਜਿਹੜੀ ਕੀਤੀ ਹੈ। 600 ਦੇ ਕਰੀਬ ਜਿਹੜੇ ਵਿਅਕਤੀ ਨਸ਼ਾ ਛੱਡ ਚੁੱਕੇ ਨੇ, ਉਹਨਾਂ ਦੇ ਨਾਲ ਇੱਕ ਵਿਸ਼ੇਸ਼ ਮੀਟਿੰਗ ਉਹਨਾਂ ਨੇ ਕਰਕੇ ਇਹ ਗੱਲ ਆਖੀ ਹੈ ਜੀ ਕਿ ਜਿਹੜੇ ਬਾਕੀ ਜਿਹੜੇ ਨਸ਼ਾ ਛੱਡਣਾ ਚਾਹੁੰਦੇ ਨੇ ਉਹਨਾਂ ਦੇ ਵਾਸਤੇ ਜਿਹੜੀ ਪਟਿਆਲੇ ਦੀ ਪੁਲਿਸ ਹੈ ਉਹ ਇਹਦੇ ਵਾਸਤੇ ਕੰਮ ਜਿਹੜਾ ਉਹ ਕਰੂਗੀ। ਉਹਨਾਂ ਨੇ ਇਹ ਕਿਹਾ ਕਿ ਪੁਲਿਸ ਲਾਈਨ ਦੇ ਵਿੱਚ ਨਸ਼ਾ ਛਡਾਉਣ ਦੇ ਵਾਸਤੇ ਪ੍ਰਬੰਧ ਜਿਹੜੇ ਨੇ ਕੀਤੇ ਗਏ ਨੇ। ਇੱਥੇ ਹੀ ਇਹਨਾਂ ਵਿਅਕਤੀਆਂ ਨੂੰ ਨਸ਼ਾ ਜਿਹੜਾ ਉਹ ਛੁਡਾਇਆ ਗਿਆ ਔਰ ਉਹਨਾਂ ਨੇ ਨਸ਼ੇ ਤੋਂ ਤੌਬਾ ਜਿਹੜੀ ਆ ਉਹ ਕੀਤੀ ਹੈ। ਉਹਨਾਂ ਨੇ ਪ੍ਰੈਸ ਨੂੰ ਵੀ ਇਹਨਾਂ ਵਿਅਕਤੀਆਂ ਨੂੰ ਬੁਲਾਇਆ ਔਰ ਜਿਨ੍ਹਾਂ ਨੇ ਕਿਹਾ ਕਿ ਉਹ ਕੋਰਟ ਦੇ ਵਿੱਚੋਂ ਬੜੇ ਔਖੇ ਹੋ ਕੇ ਨਿਕਲ ਕੇ ਆਏ ਨੇ। ਜੇ ਇੱਦਾਂ ਦੀ ਪਹਿਲ ਪੁਲਿਸ ਜਿਹੜੀ ਆ ਉਹ ਕਰਦੀ ਹੈ ਨਸ਼ਾ ਛਡਾਉਣ ਦੇ ਵਾਸਤੇ ਤਾਂ ਨਿਰਸੰਦੇਹ, ਹਾਲਾਂਕਿ ਇਹ ਤਾਂ ਬਹੁਤ ਥੋੜੀ ਛੋਟੀ ਜਿਹੀ ਕੋਸ਼ਿਸ਼ ਹੋਊਗੀ, ਉਹ ਹਾਲਾਤ ਜਿਹੜੇ ਬੜੇ ਹੋਏ ਨੇ, ਪਰ ਫਿਰ ਵੀ ਜੇ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਉਹਦੀ ਤਾਰੀਫ ਜ਼ਰੂਰ ਹੋਣੀ ਚਾਹੀਦੀ ਹੈ। ਜੀ ਬਿਲਕੁਲ, ਜੋ ਕੋਈ ਚੰਗਾ ਕੰਮ ਕਰਦਾ ਆ ਤੇ ਉਹਨੂੰ ਜ਼ਰੂਰੀ ਸਾਨੂੰ ਬਣਦਾ ਹੈ ਕਿ ਉਹਨੂੰ ਸਰਾਹਿਆ ਜਾਵੇ। ਤੇ ਜਿਵੇਂ ਇਲੈਕਸ਼ਨਾਂ ਸੀਗੀਆਂ ਤੇ ਉਹਦੇ ਵਿੱਚ ਹੀ ਅਰਵਿੰਦ ਖੰਨਾ ਨੇ ਅਸਤੀਫਾ ਦਿੱਤਾ ਸੀਗਾ, ਉਹਦਾ ਕੀ ਬਣਿਆ?
ਹੁਣ ਹਾਲਾਤ ਜਿਹੜੇ ਨੇ ਜੀ ਉਹ ਬਦਲੇ ਹੋਏ ਨੇ, ਕਿਉਂਕਿ ਧੂਰੀ ਤੋਂ ਆਮ ਆਦਮੀ ਪਾਰਟੀ ਦੀ ਬਹੁਤ ਵੱਡੀ ਲੀਡ ਜਿਹੜੀ ਆ ਉਹ ਰਹੀ ਹੈ, ਜਿਹਦੇ ਕਰਕੇ ਕਿਉਂਕਿ ਅਰਵਿੰਦ ਖੰਨਾ ਹੋਰਾਂ ਦੇ ਬਾਰੇ ਚਰਚਾ ਸਨ ਕਿ ਉਹ ਅਕਾਲੀ ਦਲ ਦੇ ਵਿੱਚ ਆ ਰਹੇ ਨੇ। ਸ਼ਾਇਦ ਅਕਾਲੀ ਦਲ ਵੀ ਹੁਣ ਰਿਸਕ ਨਹੀਂ ਲੈਣਾ ਚਾਹੁੰਦਾ ਕਿ ਜੇ ਅਰਵਿੰਦ ਖੰਨਾ ਨੂੰ ਇੱਧਰ ਲਿਆਂਦਾ ਦੁਬਾਰਾ ਉਹਨੂੰ ਚੋਣ ਲੜਾਉਣੀ ਪੈਣੀ ਹੈ, ਤੇ ਜੇ ਉਹ ਚੋਣ ਹਾਰ ਗਿਆ ਉੱਥੋਂ ਤਾਂ ਤੋਏ ਜਿਹੜੀ ਹੋਊਗੀ। ਕਾਂਗਰਸ ਜਿਹੜੀ ਹੈ ਜੀ, ਇਹ ਕਿਹਾ ਜਾ ਰਿਹਾ ਕਿ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ, ਕਿਉਂਕਿ ਉਹ ਨੇੜਲੇ ਰਿਸ਼ਤੇਦਾਰ ਨੇ, ਉਹਨਾਂ ਦੇ ਭੂਆ ਦੇ ਪੁੱਤ ਨੇ, ਇਹ ਵੀ ਕੰਸੂਆਂ ਚੱਲ ਰਹੀਆਂ ਨੇ ਕਿ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਅਰਵਿੰਦ ਖੰਨਾ ਨੂੰ ਸਮਝਾਇਆ ਕਿ ਉਹ ਅਸਤੀਫਾ ਜਿਹੜਾ ਉਹ ਨਾ ਦੇਵੇ। ਦੋਵੇਂ ਧਿਰਾਂ ਜਿਹੜੀਆਂ ਨੇ ਉਹ ਰਲ ਗਈਆਂ ਨੇ ਇੱਕ ਕਿਸਮ ਦੇ ਨਾਲ, ਅਕਾਲੀ ਦਲ ਵੀ ਤੇ ਕਾਂਗਰਸੀ ਵੀ, ਦੋਨੋਂ ਜਿਹੜੇ ਨੇ ਉਹ ਚੋਣ ਨਹੀਂ ਚਾਹੁੰਦੇ। ਉਹਨਾਂ ਨੂੰ ਪਤਾ ਕਿ ਇਹਦੇ ਵਿੱਚ ਉਹਨਾਂ ਦੀ ਪਿੱਠ ਜਿਹੜੀ ਆ ਉਹ ਲੱਗ ਸਕਦੀ ਹੈ। ਹੁਣ ਅਰਵਿੰਦ ਖੰਨਾ ਜਿਹੜੇ ਨੇ ਉਹ ਵਿਧਾਨ ਸਭਾ ਦੇ ਸਪੀਕਰ ਚਰਨਜੀਤ ਸਿੰਘ ਓਠਵਾਲ ਹੋਰਾਂ ਨੂੰ ਮਿਲਣਗੇ, ਕਿਉਂਕਿ ਉਹਨਾਂ ਨੇ ਅਸਤੀਫਾ ਅਜੇ ਤੱਕ ਸਪੀਕਰ ਨੂੰ ਨਹੀਂ ਸੌਂਪਿਆ, ਸਿਰਫ ਚਿੱਠੀ ਜਿਹੜੀ ਲਿਖੀ ਹੈ ਤੇ ਅਸਤੀਫਾ ਜਿਹੜਾ ਧੂਰੀ ਤੋਂ ਵਾਪਸ ਲੈ ਸਕਦੇ ਨੇ। 2 ਸੀਟਾਂ ਤਾਂ ਕਨਫਰਮ ਨੇ ਕਿ ਉਹ ਖਾਲੀ ਨੇ, ਹੁਣ ਇੱਕ ਤਲਵੱਡੀ ਸਾਬੋ ਵਾਲੀ, ਦੂਸਰੀ ਪਟਿਆਲੇ ਦੇ ਸ਼ਹਿਰ ਵਾਲੀ ਜਿਹੜੀ ਅੰਦਰ ਵਾਲੀ ਜਿਹੜੀ ਸੀਟ ਹੈ ਉਹ ਪਟਿਆਲਾ ਵੱਲ ਦੀ। ਇਹ 2 ਸੀਟਾਂ ਤਾਂ ਖਾਲੀ ਨੇ, ਤੀਜੀ ਦੇ ਜਿਹੜੇ ਕੰਸੂਆਂ ਚੱਲ ਰਹੀਆਂ ਸੀ ਉਹ ਨਹੀਂ ਹੋਣਗੀਆਂ, ਭਾਵ ਕਿ ਅਰਵਿੰਦ ਖੰਨਾ ਹੋਰੀ ਜਿਹੜੇ ਨੇ ਉਹ ਆਪਣਾ ਅਸਤੀਫਾ ਵਾਪਸ ਲੈਣ ਜਾ ਰਹੇ ਨੇ। ਤਕਰੀਬਨ ਇਹ ਤੈਅ ਹੈ ਜੀ, ਬਿਲਕੁਲ ਤੈਅ ਹੈ ਕਿ ਉਹ ਜਿਹੜਾ ਅਸਤੀਫਾ ਆ ਉਹ ਨਹੀਂ ਦੇਣਗੇ। ਤੇ ਅਗਲੀ ਗੱਲ ਕਰੀਏ ਜੀ ਆਮ ਆਦਮੀ ਪਾਰਟੀ ਦੀ। ਆਮ ਆਦਮੀ ਪਾਰਟੀ ਦੇ ਕਨਵੀਨਰ ਦੀ ਚੋਣ ਹੋਣੀ ਸੀ ਪੰਜਾਬ ਦੇ ਵਿੱਚ, ਤੇ ਉਹ ਕਿਸ ਨੂੰ ਹਵਾਲੇ ਕੀਤਾ ਗਿਆ ਪੰਜਾਬ? ਇਹ ਜਿਹੜੀ ਥੋੜਾ ਜਿਹਾ ਨਾ ਜੀ ਭੰਬਲ ਭੂਸਾ ਇਸ ਮਾਮਲੇ ਦੇ ਵਿੱਚ ਕ੍ਰੀਏਟ ਹੋਇਆ। ਇਹ ਦੱਸਿਆ ਗਿਆ ਕਿ ਸਾਰੇ ਸ਼ਹਿਰਾਂ ਦੇ ਵਿੱਚੋਂ, ਸਾਰੇ ਡਿਸਟ੍ਰਿਕਟ ਦੇ ਵਿੱਚੋਂ ਜਿਹੜੇ ਆਏ ਹੋਏ ਕਨਵੀਨਰ ਸਨ, ਇਹਨਾਂ ਦੀ ਜਿਹੜੀ ਮੀਟਿੰਗ ਆ ਉਹ ਜਲੰਧਰ ਦੇ ਵਿੱਚ ਹੋਈ ਹੈ। ਜਲੰਧਰ ਦੇ ਵਿੱਚ ਹੋਈ ਇਸ ਮੀਟਿੰਗ ਦੇ ਵਿੱਚ ਸਰਬਸੰਮਤੀ ਦੇ ਨਾਲ ਜਿਹੜੇ HS ਫੂਲਕਾ ਨੇ ਉਹਨਾਂ ਨੂੰ ਸੂਬਾ ਐਗਜ਼ੈਕਟਿਵ ਕਮੇਟੀ ਜਿਹੜੀ ਹੈ ਜੀ ਉਹਨੇ ਉਹਨਾਂ ਦਾ ਕਨਵੀਨਰ ਜਿਹੜਾ ਥਾਪ ਦਿੱਤਾ ਪੰਜਾਬ ਦਾ। ਜਿਹੜੀ ਪ੍ਰੈਸ ਰਿਲੀਜ਼ ਕੀਤੀ ਉਹਦੇ ਵਿੱਚ ਵੀ ਇਹ ਗੱਲ ਆਖੀ ਗਈ ਹੈ ਕਿ ਇਹਦੇ ਉੱਤੇ ਸਹੀ ਜਿਹੜੀ ਹੈ ਜੀ ਅਰਵਿੰਦ ਕੇਜਰੀਵਾਲ ਹੋਰਾਂ ਨੇ ਪਾ ਦਿੱਤੀ ਹੈ, ਜਿਹੜੇ ਕਿ ਨੈਸ਼ਨਲ ਕਨਵੀਨਰ ਨੇ ਆਮ ਆਦਮੀ ਪਾਰਟੀ ਦੇ। ਦੂਜੇ ਪਾਸੇ ਜਿਹੜੇ ਜਿੱਤੇ ਹੋਏ ਮੈਂਬਰ ਪਾਰਲੀਮੈਂਟ ਨੇ ਉਹਨਾਂ ਦਾ ਇਹ ਕਹਿਣਾ ਕਿ ਉਹਨਾਂ ਨੂੰ ਇਹਦੀ ਕੋਈ ਜ਼ਿਆਦਾ ਜਾਣਕਾਰੀ ਜਿਹੜੀ ਆ ਉਹ ਨਹੀਂ ਹੈ। ਜਿਹੜੇ HS ਫੂਲਕਾ ਹੋਰੀ ਨੇ ਜੀ ਉਹ ਵੀ ਚੁੱਪ ਨੇ ਇਸ ਮਾਮਲੇ ਤੇ, ਉਹ ਕਹਿੰਦੇ ਉਹਨਾਂ ਨੂੰ ਵੀ ਕੋਈ ਬਹੁਤੀ ਜਾਣਕਾਰੀ ਜਿਹੜੀ ਆ ਉਹ ਨਹੀਂ ਹੈ ਇਸ ਮਾਮਲੇ ਦੀ। ਜੇ ਕਮਾਂਡ ਜਿਹੜੀ ਆ HS ਫੂਲਕਾ ਹੋਰਾਂ ਦੇ ਹੱਥਾਂ ਦੇ ਵਿੱਚ ਆਉਂਦੀ ਹੈ ਪੰਜਾਬ ਦੀ, ਤਾਂ ਮੈਂ ਸਮਝਦਾ ਆਮ ਆਦਮੀ ਪਾਰਟੀ ਦੇ ਵਾਸਤੇ ਇੱਕ ਚੰਗੀ ਗੱਲ ਹੋਊਗੀ। ਉਹ ਪੜ੍ਹੇ ਲਿਖੇ ਨੇ, ਸਾਰੇ ਮੁੱਦੇ ਜਿਹੜੇ ਨੇ ਜੀ ਉਹਨਾਂ ਨੂੰ ਉਹ ਚੰਗੀ ਤਰੀਕੇ ਨਾਲ ਸਮਝਦੇ ਨੇ, ਤੇ ਖਾਸ ਤੌਰ ਦੇ ਉੱਤੇ ਉਹਨਾਂ ਨੇ ਮੁੱਦਾ ਜਿਹੜਾ ਡਿਊਰਿੰਗ ਇਲੈਕਸ਼ਨ ਨਸ਼ਿਆਂ ਵਾਲਾ ਵੀ ਕਾਫੀ ਉਭਾਰਿਆ ਸੀਗਾ। ਇਸ ਪਾਸੇ ਵੱਲ ਨੂੰ ਜੇ ਆਮ ਆਦਮੀ ਪਾਰਟੀ ਤੁਰਦੀ ਤਾਂ ਉਹਦੇ ਵਾਸਤੇ ਚੰਗੀ ਗੱਲ ਹੋਊਗੀ, ਪਰ ਜਿਹੋ ਜਿਹਾ ਭੰਬਲ ਭੂਸਾ ਜਿਹੜਾ ਲਫ਼ਜ਼ ਮੈਂ ਵਰਤਿਆ ਉਹ ਕ੍ਰੀਏਟ ਹੋ ਗਿਆ, ਉਹ ਕੋਈ ਚੰਗਾ ਨਹੀਂ ਹੈ। ਜੀ, ਸ਼ੁਰੂਆਤ ਦੇ ਵਿੱਚ ਉਹ ਚੰਗਾ ਨਹੀਂ ਹੈਗਾ। ਅਤੇ ਜੇ ਅੱਗੇ ਚਲੀਏ, ਅੱਜ ਜਿਵੇਂ ਕਾਂਗਰਸ ਦੀ ਹਾਰ ਹੋਈ ਆ ਪੰਜਾਬ ਦੇ ਵਿੱਚ, ਇਹ ਕਿਸ ਨੂੰ ਦੋਸ਼ ਦੇ ਰਹੇ ਆ? ਦੋਸ਼ ਜ਼ਿਆਦਾ ਤਾਂ ਜੀ ਅੰਦਰ ਖਾਤੇ ਹੀ ਆਪਣੇ ਆਪ ਨੂੰ ਹੀ ਦੇ ਰਹੇ ਨੇ, ਬਾਕੀ ਰਹਿੰਦਾ ਖੁੰਦਾ ਦੋਸ਼ ਆਮ ਆਦਮੀ ਪਾਰਟੀ ਨੂੰ ਦੇ ਦੇਣਗੇ। ਕਾਂਗਰਸ ਹਾਈਕਮਾਂਡ ਦੇ ਵੱਲੋਂ ਲੋਕ ਸਭਾ ਚੋਣਾਂ ਜਿਹੜੀਆਂ ਜੀ ਉਹਦੇ ਦੌਰਾਨ ਮਾੜੀ ਕਾਰਗੁਜ਼ਾਰੀ ਦਾ ਪਤਾ ਲਾਉਣ ਦੇ ਵਾਸਤੇ ਹੁਣ 6 ਮੈਂਬਰੀ ਕਮੇਟੀ ਜਿਹੜੀ ਆ ਉਹ ਅਗਲੇ ਮਹੀਨੇ ਜੂਨ ਮਹੀਨੇ ਦੇ ਵਿੱਚ ਜਿਹੜਾ ਜੀ ਦੌਰਾ ਕਰੂਗੀ ਪੰਜਾਬ ਦਾ। ਪਰ ਨਾਲ ਦੀ ਨਾਲ ਇਹ ਵੀ ਹੈ ਜੀ ਕਿ ਉਹਦੇ ਤੇ ਇਸ ਗੱਲ ਦਾ ਕੋਈ ਅਸਰ ਨਹੀਂ ਹੋਊਗਾ ਜੀ ਕਿ ਕੈਪਟਨ ਅਮਰਿੰਦਰ ਸਿੰਘ ਤੇ ਪ੍ਰਤਾਪ ਸਿੰਘ ਬਾਜਵਾ ਇੱਕ ਦੂਜੇ ਦੇ ਖਿਲਾਫ ਜਿਹੜਾ ਜੀ ਉਹ ਕੀ ਬਿਆਨਬਾਜ਼ੀ ਜਿਹੜੀ ਕਰ ਰਹੇ ਨੇ, ਨਿਰੰਤਰ ਜਿਹੜੀ ਕਿ ਇਸ ਵੇਲੇ ਜਾਰੀ ਹੈ, ਅਜੇ ਵੀ ਉਹ ਰੁਕਣ ਦਾ ਨਾਮ ਜਿਹੜਾ ਉਹ ਨਹੀਂ ਲੈ ਰਹੀ। ਜਿਹੜੀ ਕਾਂਗਰਸ ਹਾਈਕਮਾਂਡ ਹੈ ਉਹਨੇ ਪੰਜਾਬ ਇਕਾਈ ਤੋਂ ਦੇ 8 ਸੀਟਾਂ ਤੋਂ 3 ਸੀਟਾਂ ਤੱਕ ਸਿਮਟ ਜਾਣ ਦੇ ਕਾਰਨਾਂ ਦਾ ਜਿਹੜਾ ਪਤਾ ਲਾਉਣ ਦੇ ਵਾਸਤੇ ਤੱਥ ਖੋਜ ਕਮੇਟੀ ਜਿਹੜੀ ਆ ਉਹ 24 ਮਈ ਨੂੰ ਕਾਇਮ ਕੀਤੀ ਸੀ। ਅਜੇ ਤੱਕ ਇਹਨੇ ਕੰਮ ਕੋਈ ਨਹੀਂ ਕੀਤਾ। ਇਹਦੇ 'ਚ ਹਰਿਆਣਾ ਦੇ ਮੰਤਰੀ ਆਫਤਾਬ ਅਹਿਮਦ, ਦਿੱਲੀ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਭਾਸ਼ ਚੋਪੜਾ ਤੇ ਵਿਧਾਇਕ ਜੈ ਕਿਸ਼ਨ ਦਵਿੰਦਰ ਯਾਦਵ, ਪੰਜਾਬ ਕਾਂਗਰਸ ਦੀ ਆਗੂ ਲਖਵਿੰਦਰ ਕੌਰ ਗਰਚਾ ਜਿਹੜੇ ਨੇ ਉਹ ਬਤੌਰ ਮੈਂਬਰ ਸ਼ਾਮਲ ਜਿਹੜਾ ਜੀ ਉਹ ਕੀਤੇ ਗਏ ਨੇ। ਜਿਹੜੀ ਲਖਵਿੰਦਰ ਕੌਰ ਗਰਚਾ ਜੀ ਉਹਨੇ ਕਿਹਾ ਕਿ 2 ਦਿਨ ਪਹਿਲਾਂ ਉਹਨਾਂ ਨੂੰ ਕਮੇਟੀ ਕਾਇਮ ਕੀਤੇ ਜਾਣ ਦਾ ਨੋਟੀਫਿਕੇਸ਼ਨ ਜਿਹੜਾ ਜੀ ਉਹ ਮਿਲਿਆ। ਦੇਖਦੇ ਆ ਕਮੇਟੀ ਕਦੋਂ ਕੰਮ ਕਰਨ ਲੱਗਦੀ ਹੈ। ਇਹ ਤਾਂ ਅਕਸਰ ਇਦਾਂ ਦੀਆਂ ਜਿਹੜੀਆਂ ਕਮੇਟੀਆਂ ਬਣਾਈਆਂ ਜਾਂਦੀਆਂ ਨੇ ਉਹ ਉਲਝਾਉਣ ਵਾਸਤੇ ਹੀ ਬਣਾਈਆਂ ਜਾਂਦੀਆਂ ਨੇ। ਅੱਖਾਂ ਪੂੰਝਦੇ ਹੋ, ਫਿਰ ਵੇਖੋ ਕੁਝ ਮਹੀਨਿਆਂ ਤੱਕ ਕੀ ਹੁੰਦਾ। ਜੀ, ਤੇ ਅੱਗੇ ਗੱਲ ਕਰੀਏ ਕਿ ਜਿਵੇਂ ਨੂਰ ਮੈਲੀਏ ਬਾਬਾ ਜਿਹੜਾ ਆ ਵੱਡੀ ਲੰਬੀ ਸਮਾਧੀ ਦੇ ਵਿੱਚ ਚਲਾ ਗਿਆ, ਫਰੀਜ਼ਰ ਦੇ ਵਿੱਚ ਉਹਨਾਂ ਨੇ ਸਮਾਧੀ ਲਾਈ ਹੋਈ ਆ, ਤੇ ਉੱਥੇ ਦੇ ਜਿਹੜੇ ਡੇਰੇ ਦੇ ਹੁਣ ਮੁਖੀ ਹੈਗੇ ਆ ਉਹਨਾਂ ਨੇ ਪੱਤਰਕਾਰਾਂ ਨੂੰ ਧਮਕੀਆਂ ਕਿਉਂ ਦੇਣੀਆਂ ਸ਼ੁਰੂ ਕਰ ਦਿੱਤੀਆਂ? ਕੋਈ ਪੁੱਛਿਆ ਸੀਗਾ ਜੀ ਕਿ ਜਿਹੜਾ ਉਹਦਾ ਮੁੰਡਾ ਹੈ ਉਹਨੂੰ ਡੈਡ ਬੋਡੀ ਮਿਲ ਜੂਗੀ, ਉੱਥੇ ਬੋਡੀ ਤਾਂ ਹੈ ਨਹੀਂ, ਡੈਡ ਹੈ। ਜੇ ਉਹਨੇ ਹੱਡੀਆਂ ਚੁੱਕ ਕੇ ਕਿਤੇ ਪਾਉਣੀਆਂ ਨੇ ਤਾਂ ਉਹਨੂੰ ਜਿਹੜੀ ਪਰਮਿਸ਼ਨ ਮਿਲ ਸਕਦੀ ਹੈ, ਕਿਉਂਕਿ ਉਂਝ ਤਾਂ ਕੁਝ ਹੈ ਨੀਗਾ। ਜਿਹੜੇ ਬੀਤ ਜਾਣ ਤੋਂ ਬਾਅਦ
ਹੁਣ ਜਦੋਂ ਇੱਕ ਵਾਰੀ ਫੇਰ ਇਹ ਮਾਮਲਾ ਭਖਿਆ, ਹਾਈ ਕੋਰਟ ਨੇ ਨੋਟੀਫਿਕੇਸ਼ਨ ਜਿਹੜਾ ਜੀ ਫੇਰ ਜਾਰੀ ਕੀਤਾ। ਉਸ ਤੋਂ ਬਾਅਦ ਕੁਝ ਪੱਤਰਕਾਰਾਂ ਨੇ ਇੱਥੇ ਜਾ ਕੇ ਵੇਖਣਾ ਚਾਹਿਆ ਕਿ ਕਿਹੋ ਜਿਹੀ ਸਮਾਧੀ ਹੈ ਜਿਹਦੇ ਵਿੱਚ ਆਸ਼ੂਤੋਸ਼ ਜਿਹੜਾ ਜੀ ਉਹ ਡੁੱਬਿਆ ਬੈਠਾ। ਉਦੋਂ ਜਿਹੜੇ ਅੰਦਰ ਜਾ ਕੇ ਕੁਝ ਫੋਟੋਆਂ ਜਿਹੜੀਆਂ ਸੀ ਖਿੱਚ ਲਈਆਂ। ਇੱਕ ਤਾਂ ਬੜੀ ਤਲਾਸ਼ੀ ਲੈ ਕੇ ਉਹਨਾਂ ਨੂੰ ਅੰਦਰ ਜਾਣ ਦਿੱਤਾ ਗਿਆ। ਜਦੋਂ ਫੋਟੋਆਂ ਖਿੱਚ ਲਈਆਂ ਤਾਂ ਜਿਹੜਾ ਡੇਰਾ ਸੀਗਾ ਜੀ ਉਹਨੂੰ ਬੰਦ ਕਰਕੇ ਅੰਦਰ ਬੰਦੀ ਬਣਾ ਲਿਆ ਗਿਆ ਇਹਨਾਂ ਜਿਹੜੇ ਪੱਤਰਕਾਰ ਸੀ ਉਹਨਾਂ ਨੂੰ। ਔਰ ਉਹਨਾਂ ਨੇ ਜਦੋਂ ਇਹ ਫੋਟੋਆਂ ਡਿਲੀਟ ਕੀਤੀਆਂ ਆਪਣੇ ਕੈਮਰਿਆਂ ਤੋਂ ਤਾਂ ਉਹਨਾਂ ਨੂੰ ਜਿਹੜਾ ਬਾਹਰ ਆਉਣ ਦਿੱਤਾ ਗਿਆ। ਇੱਥੋਂ ਤੱਕ ਜਿਹੜੀ ਆ ਜੀ ਅੰਦਰ ਜਿਹੜੇ ਨੁਮਾਇੰਦੇ ਨੇ ਉਹਨਾਂ ਨੇ ਧਮਕੀ ਦਿੱਤੀ ਕਿ ਤੁਹਾਨੂੰ ਮਿੰਟਾਂ ਦੇ ਵਿੱਚ ਹੀ ਸਾਡੇ ਜਿਹੜੇ ਇੱਥੋਂ ਦੇ ਸੇਵਾ ਨੇ ਉਹ ਠੀਕ ਕਰ ਦੇਣਗੇ। ਕੀ ਠੀਕ ਕਰਨਗੇ ਇਹ ਨਹੀਂ ਪਤਾ ਜੀ, ਸਿੱਧਮ ਸਿੱਧੀ ਇਹ ਧਮਕੀ ਜਿਹੜੀ ਹੈ ਜੀ ਉਹ ਕਹੀ ਜਾ ਸਕਦੀ ਹੈ। ਔਰ ਜਿਹੜੇ ਡੇਰੇ ਦੇ ਪ੍ਰਬੰਧਕ ਨੇ ਉਹ ਵੀ ਕਹਿੰਦੇ ਨੇ ਕਿ ਇਹ ਗੱਲ 100% ਯਕੀਨੀ ਹੈ ਕਿ ਆਸ਼ੂਤੋਸ਼ ਜਿਹੜਾ ਜੀ ਉਹ ਬਾਹਰ ਆਊਗਾ। ਜਿਹੜਾ ਸਮਾਧੀ ਤੋਂ ਕਦੋਂ ਆਊਗਾ ਇਹਦੇ ਕਿਸੇ ਨੂੰ ਕੁਝ ਨਹੀਂ ਪਤਾ। ਪੁਲਿਸ ਦੇ ਕੋਲੇ ਪੱਤਰਕਾਰਾਂ ਨੇ ਜਾ ਕੇ ਸ਼ਿਕਾਇਤ ਦਰਜ ਕਰਾਈ ਆ, ਪਰ ਪੁਲਿਸ ਕੁਝ ਵੀ ਇਸ ਮਾਮਲੇ 'ਚ ਨਹੀਂ ਕੀਤਾ। ਇਹ ਕਿਹਾ ਕਿ ਇਹ ਬੜਾ ਸੈਂਸਿਟਿਵ ਇਸ਼ੂ ਹੈ, ਇਸ ਕਰਕੇ ਇਹਦੇ ਨਾਲ ਪੜਤਾਲ ਜਿਹੜੀ ਆ ਉਹ ਵੱਧ ਸਕਦੀ। ਕੀ ਇਹਦਾ ਮਤਲਬ ਹੈ ਕਿ ਕੋਈ ਵੀ ਮੰਨਣ ਲਈ ਤਿਆਰ ਨਹੀਂ ਕਿ ਆਸ਼ੂਤੋਸ਼ ਇਸ ਦੁਨੀਆ ਤੋਂ ਜਾ ਚੁੱਕਾ ਹੈ, ਮਰ ਚੁੱਕਾ ਹੈ? ਸਿਰਫ ਡੇਰੇ ਦੇ ਪੈਰੋਕਾਰ ਮੰਨਣ ਲਈ ਤਿਆਰ ਨਹੀਂ ਜੀ, ਉਦਾਂ ਤਾਂ ਹਰ ਬੰਦਾ ਮੰਨ ਰਿਹਾ ਕਿ ਉਹ ਮਰ ਗਿਆ ਹੋਇਆ, ਉਹ ਤਾਂ ਫਰੀਜ਼ਰ ਚਲਾ ਕੇ ਇੰਨੀ ਦੇਰ ਦਾ ਰੱਖਿਆ ਜੀ। ਤੇ ਅੱਗੇ ਚੱਲਦੇ ਆ ਜੀ ਡੇਰਾ ਬਿਆਸ ਦੇ ਮੁਖੀ ਵੱਲ, ਕਿ ਪਹਿਲਾਂ ਉਹਨਾਂ ਨੇ ਜਿਹੜੀਆਂ ਮੁਲਾਕਾਤਾਂ ਕੀਤੀਆਂ ਆ ਮਾਨ ਸਾਹਿਬ ਦੇ ਨਾਲ ਕੀਤੀ ਆ, ਬਾਬਾ ਦਾਦੂਵਾਲ ਦੇ ਨਾਲ ਕੀਤੀ ਆ, ਤੇ ਹੁਣ ਪਤਾ ਲੱਗਾ ਕਿ ਉਹਨਾਂ ਦੀ ਜਿਹੜੀ ਮੀਟਿੰਗ ਆ ਉਹ RSS ਦੇ ਮੁਖੀ ਦੇ ਨਾਲ ਵੀ ਹੋ ਰਹੀ ਆ ਜੀ। ਜਿਹੜਾ RSS ਦਾ ਮੁਖੀ ਹੈ ਮੋਹਨ ਭਾਗਵਤ, ਉਹਦੇ ਵਿਚਾਲੇ ਤੇ ਡੇਰਾ ਰਾਵਾ ਸਵਾਮੀਆਂ ਦੇ ਮੁਖੀ ਗੁਰਿੰਦਰ ਸਿੰਘ ਸੰਧੂ ਦੇ ਵਿਚਾਲੇ ਜਿਹੜੀ ਮੁਲਾਕਾਤ ਹੈ ਜੀ ਇਹ ਹੋਣ ਜਾ ਰਹੀ ਆ ਮਾਨਸਾ ਦੇ ਵਿੱਚ। ਇਹਦੇ ਪੁਲਿਸ ਦੇ ਵੱਲੋਂ ਬੜੇ ਸਖਤ ਸੁਰੱਖਿਆ ਪ੍ਰਬੰਧ ਜਿਹੜੇ ਨੇ ਉਹ ਕੀਤੇ ਗਏ ਨੇ। ਹਾਲਾਂਕਿ ਇਸ ਮੁਲਾਕਾਤ ਨੂੰ ਗੁਪਤ ਰੱਖਿਆ ਜਾ ਰਿਹਾ, ਪਰ ਇਹ ਗੱਲ ਜਿਹੜੀ ਹੈ ਦੀ ਬਾਹਰ ਲੀਕ ਆਊਟ ਹੋ ਗਈ ਆ। ਔਰ ਮਾਨਸਾ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਬਿਆਸ ਵਾਲੇ ਡੇਰੇ ਦੇ ਜਿਹੜੇ ਸ਼ਰਧਾਲੂ ਨੇ ਉਹ ਵੀ ਪਹੁੰਚਣ ਲੱਗੇ ਨੇ। ਉੱਥੇ ਇੱਕ ਖਾਸ ਹੈਲੀਪੈਡ ਜਿਹੜਾ ਜੀ ਬਣਾਇਆ ਗਿਆ, ਜਿਹਦੇ ਤੇ ਜਿਹੜਾ ਬਿਆਸ ਦਾ ਮੁਖੀ ਗੁਰਿੰਦਰ ਸਿੰਘ ਆ ਉਹਦਾ ਹੈਲੀਕਾਪਟਰ ਆ ਕੇ ਉਤਰੂਗਾ, ਜਦੋਂ ਕਿ ਜਿਹੜਾ RSS ਦਾ ਮੁਖੀ ਹੈ ਮੋਹਨ ਭਾਗਵਤ ਉਹ ਇੱਕ ਟ੍ਰੇਨ ਦੇ ਰਾਹੀਂ ਇੱਥੇ ਜਿਹੜਾ ਜੀ ਉਹ ਪਹੁੰਚ ਚੁੱਕਿਆ ਹੋਇਆ। ਇੱਕ ਵਿਸ਼ੇਸ਼ ਘਰ ਦੇ ਵਿੱਚ ਉਹਨੂੰ ਠਹਿਰਾਇਆ ਗਿਆ। ਇਹ ਨਹੀਂ ਪਤਾ ਜੀ ਕਿ ਇਹਨਾਂ ਦੋਵਾਂ ਦੇ ਵਿਚਾਲੇ ਜਿਹੜੀ ਆ ਉਹ ਮੁਲਾਕਾਤ ਦਾ ਕਾਰਨ ਕੀ ਹੈ, ਕਿਉਂ ਇਹ ਮੁਲਾਕਾਤ ਜਿਹੜੀ ਆ ਹੋ ਰਹੀ ਹੈ, ਤੇ ਇਸ ਵਿੱਚ ਏਜੰਡਾ ਜਿਹੜਾ ਜੀ ਉਹਨਾਂ ਦਾ ਕੀ ਹੈ। ਲੱਗਦਾ ਨਹੀਂ ਕਿ ਇਸ ਮੁਲਾਕਾਤ ਤੋਂ ਬਾਅਦ ਕੁਝ ਸਾਹਮਣੇ ਆਊਗਾ, ਕਿਉਂਕਿ ਇਸ ਤਰੀਕੇ ਦੇ ਨਾਲ ਮੁਲਾਕਾਤ ਕਰਦੇ ਨੇ। ਮੁਲਾਕਾਤ ਤਾਂ ਇਹ ਵੀ ਅੱਜ ਤੱਕ ਸਾਹਮਣੇ ਨਹੀਂ ਆਇਆ ਕਿ ਸਿਮਰਨਜੀਤ ਸਿੰਘ ਮਾਨ ਹੋਰਾਂ ਦੇ ਨਾਲ ਡੇਰਾ ਮੁਖੀ ਦੀ ਗੱਲਬਾਤ ਕੀ ਹੋਈ ਸੀ, ਕਿਹੜੀ ਵਜ੍ਹਾ ਕਰਕੇ ਡੇਰਾ ਮੁਖੀ ਜਿਹੜੇ ਸਨ ਉਹਨਾਂ ਨੂੰ ਸਿਮਰਨਜੀਤ ਸਿੰਘ ਮਾਨ ਹੋਰਾਂ ਦੇ ਘਰੇ ਜਾ ਕੇ ਇਹ ਮੁਲਾਕਾਤ ਜਿਹੜੀ ਕਰਨੀ ਪਈ ਸੀਗੀ। ਤੇ ਹੁਣ RSS ਦੇ ਮੁਖੀ ਦੇ ਨਾਲ ਰਾਧਾ ਸਵਾਮੀ ਡੇਰੇ ਦੀ ਗੱਲਬਾਤ ਜਿਹੜੀ ਹੈ ਇਹ ਕਈ ਗੰਭੀਰ ਸਵਾਲ ਜਿਹੜੇ ਜ਼ਰੂਰ ਖੜੇ ਕਰਦੀ ਹੈ ਜੀ। ਦੇਖਦੇ ਹਾਂ ਬਾਕੀ ਇਹਦਾ ਕੀ ਨਿਕਲਦਾ ਵਿੱਚ। ਬਿਲਕੁਲ ਜੀ, ਇੱਕ ਗੱਲ ਤੇ ਪ੍ਰਚਲਿਤ ਹੈਗੀ ਆ ਕਿ ਇਹਨਾਂ ਦੀ ਇੱਕ ਪਰੰਪਰਾ ਆ ਡੇਰੇ ਵਾਲਿਆਂ ਦੀ, ਬਿਆਸ ਡੇਰੇ ਦੀ, ਕਿ ਜਿਹਨੂੰ ਇਹ ਨਾਮ ਦਿੰਦੇ ਆ ਉਹ ਦੱਸਦਾ ਨਹੀਂਗਾ ਅੱਗੇ। ਬਿਲਕੁਲ ਪਹਿਲੀਆਂ ਮੁਲਾਕਾਤਾਂ ਦਾ ਵੀ ਅੱਜ ਤੱਕ ਨਹੀਂ ਪਤਾ ਲੱਗ ਸਕਿਆ ਕਿ ਕੀ ਕਾਰਨ ਸੀਗਾ ਉਹਨਾਂ ਦਾ ਇਹ ਮੁਲਾਕਾਤਾਂ ਕਰਨੇ ਦਾ। ਤੇ ਅਗਲੀ ਗੱਲ ਕਰਦੇ ਆ ਜੀ, ਨਸ਼ਿਆਂ ਦੀ ਗੱਲ ਕਰ ਲੈਂਦੇ ਇੱਕ ਵਾਰੀ, ਕਿ ਜਿਵੇਂ ਪਹਿਲਾਂ ਆਮ ਦੁਕਾਨਾਂ ਦੇ ਉੱਤੇ ਨਸ਼ੇ ਵਿਕਦੇ ਸੀਗੇ, ਪਰ ਹੁਣ 5-4 ਦਿਨ ਤੋਂ ਬੜਾ ਇੱਥੇ ਫੜੋ ਫੜਾਈ ਆ। ਕੀ ਖਾਸ ਬੰਦਿਆਂ ਨੂੰ ਫੜ ਰਹੇ ਆ ਜਾਂ ਨਸ਼ੇੜੀਆਂ ਨੂੰ ਹੀ ਫੜ ਅੰਦਰ ਦੇ ਰਹੇ ਆ, ਜਾਂ ਉਹ ਜਿਹੜਾ ਨਸ਼ਾ ਆ ਆਮ ਦੁਕਾਨਾਂ ਤੋਂ, ਦਵਾਈਆਂ ਵਾਲੀਆਂ ਦੁਕਾਨਾਂ ਤੋਂ ਖੁੱਲ੍ਹੇਆਮ ਅਜੇ ਵੀ ਮਿਲਦਾ ਹੈ? ਦਵਾਈ ਵਾਲੀਆਂ ਜਿਹੜੀਆਂ ਦੁਕਾਨਾਂ ਨੇ ਨਾ ਜੀ ਉੱਥੋਂ ਤਾਂ ਜਿਹੜੇ ਨਸ਼ੀਲੇ ਕੈਪਸੂਲ ਗੋਲੀਆਂ ਜਿਹੜੀਆਂ ਉਹ ਮਿਲਦੀਆਂ ਨੇ। ਨਸ਼ਾ ਹੁਣ ਕਈ ਪ੍ਰਕਾਰ ਦਾ ਹੈ ਜੀ, ਡੋਡੇ ਵੀ ਹੈ, ਭੁੱਕੀ ਜਿਹੜੀ ਔਰ ਫੀਮ ਵੀ ਹੈ। ਇਹ ਤਾਂ ਘੱਟ ਹੈ ਜੀ। ਜ਼ਿਆਦਾ ਜਿਹੜੀ ਸਿੰਥੈਟਿਕ ਡਰੱਗ ਹੈਰੋਇਨ ਤੇ ਸਮੈਕ ਜਿਹੜੀ ਆ ਉਹ ਹੈ ਜੀ। ਜਿਹੜੇ ਫੜੇ ਜਾ ਰਹੇ ਨੇ ਲੋਕ ਜੀ, ਸਪਲਾਈ ਲਾਈਨ ਨਹੀਂ ਤੋੜੀ ਜਾ ਰਹੀ, ਮਗਰਮੱਛ ਨਹੀਂ ਫੜੇ ਜਾ ਰਹੇ। ਇੱਕ ਰਿੰਕਾ ਜ਼ਰੂਰ ਫੜਿਆ ਗਿਆ, ਹਾਲਾਂਕਿ ਉਹ ਮਗਰਮੱਛ ਨਹੀਂ ਆ, ਵੱਡੀ ਮੱਛੀ ਜ਼ਰੂਰ ਹੈ, ਜਿਹੜਾ ਕਬੱਡੀ ਦੇ ਮੌਕੇ ਦੇ ਉੱਤੇ ਕਮੈਂਟਰੀ ਕਰਦਾ ਸੀਗਾ। ਹੁਣ ਇਹ ਇੰਨਾ ਪਤਾ ਲੱਗ ਰਿਹਾ ਕਿ ਉਹਦੀ ਜਿਹੜੀ ਇਨਵੈਸਟੀਗੇਸ਼ਨ ਹੋ ਰਹੀ ਹੈ ਉਹਦੇ ਤੋਂ ਕੋਈ ਨਾ ਕੋਈ ਵੱਡਾ ਬੰਦਾ ਜਿਹੜਾ ਸਾਹਮਣੇ ਆ ਸਕਦਾ। ਦੂਜੇ ਜਿਹੜੇ SSP ਦੀਆਂ ਬਦਲੀਆਂ ਹੋਈਆਂ ਨੇ ਉਹਨਾਂ ਨੇ ਤਕਰੀਬਨ ਸਾਰਿਆਂ ਨੇ ਚਾਰਜ ਲੈ ਲਿਆ। ਕੁਝ ਵੱਡੀਆਂ ਮੱਛੀਆਂ ਜਿਹੜੀਆਂ ਉਹ ਕਾਬੂ ਆਉਣ ਦੀਆਂ ਗੱਲਾਂ ਜਿਹੜੀਆਂ ਨੇ ਉਹ ਸਾਹਮਣੇ ਆ ਸਕਦੀਆਂ ਨੇ ਆਉਣ ਵਾਲੇ ਦਿਨਾਂ ਦੇ ਦੌਰਾਨ। ਜਿਹੜੇ ਹੁਣ ਤੱਕ ਫੜੇ ਗਏ ਨੇ ਜੀ ਉਹ ਤਾਂ 1 ਗ੍ਰਾਮ ਫੜ ਲਿਆ ਜੀ, 5 ਗ੍ਰਾਮ ਫੜ ਲਿਆ, 10 ਗ੍ਰਾਮ ਫੜ ਲਿਆ, ਇਦੋਂ ਵੱਧ ਜਿਹੜਾ ਜੀ ਉਹ ਨਹੀਂ ਫੜਾ ਜਾ ਰਿਹਾ। ਇਹ ਤਾਂ ਮੱਛੀਆਂ, ਛੋਟੀਆਂ ਮੱਛੀਆਂ ਵੀ ਨਹੀਂ ਪੂੰਗਾ, ਉਹ ਤਾਂ ਉਹੀ ਪਹਿਲਾਂ ਹੀ ਜਿਹੜੇ
ਡਰੱਗ ਦੇ ਮਾਰੇ ਹੋਏ ਨੇ, ਜਿਹੜੇ ਡਰੱਗ ਦੇ ਉੱਤੇ ਲੱਗ ਗਏ ਨੇ, ਉਹਨਾਂ ਨੂੰ ਫੜ ਕੇ ਪਰਚਿਆਂ ਦੀ ਗਿਣਤੀ ਜਿਹੜੀ ਆ ਨਾ ਜੀ ਉਹ ਵਧਾਈ ਜਾ ਰਹੀ ਹੈ। ਪੁਲਿਸ ਦੀ ਮੁਖਬਰੀ ਜਿਹੜੀ ਆ ਜੀ ਉਹ ਛੋਟੀ ਪੈ ਗਈ ਆ, ਜਿਹੜੇ ਡਰੱਗ ਡੀਲਰ ਨੇ ਉਹਨਾਂ ਦੀ ਮੁਖਬਰੀ ਵੱਡੀ ਆ। ਤਾਂ ਹੀ ਕਰਕੇ ਦੌਲੇਵਾਲਾ ਪਿੰਡ ਦੇ ਵਿੱਚ ਮਾਰਿਆ ਗਿਆ ਛਾਪਾ ਜਿਹੜਾ ਸੀਗਾ ਉਹ ਫੇਲ ਹੋ ਗਿਆ ਜੀ। ਤੇ ਇੱਕ ਖਬਰ ਹੋਰ ਵੀ ਆਈ ਆ ਜੀ, ਜਿਵੇਂ ਹੰਸਰਾਜ ਹੰਸ ਨੇ, ਇੱਕ ਡੇਰੇ ਦੇ ਮੁਖੀ ਸੀ, ਕਹਿੰਦੇ ਉਹਨਾਂ ਨੇ ਵੀ ਆਪਣਾ ਉੱਥੋਂ ਜਿਹੜਾ ਉਹ ਮੁਖੀ ਸੀਗੇ ਉਹ ਛੱਡ ਦਿੱਤਾ ਆ ਜੀ। ਇਹ ਡੇਰਾ ਲਾਲ ਬਾਦਸ਼ਾਹ ਹੈ ਸੀਗਾ ਜੀ, ਉੱਥੋਂ ਉਹਨਾਂ ਨੇ ਛੱਡ ਦਿੱਤਾ। ਉਹ ਕਹਿੰਦੇ ਜੀ ਮੈਂ ਤਾਂ ਫਕੀਰ ਹਾਂ, ਕਿਸੇ ਹੋਰ ਜਗ੍ਹਾ ਤੇ ਆ ਕੇ ਹੁਣ ਬਹਿ ਗਏ ਨੇ। ਉਹ ਕਹਿੰਦੇ ਮੈਂ ਹੁਣ ਇੱਥੋਂ ਨਸ਼ਿਆਂ ਦੇ ਵਿਰੋਧੀ ਮੁਹਿੰਮ ਚਲਾਊਂਗਾ, ਇਹਨੂੰ ਛੱਡ ਕੇ ਫੇਰ ਅੱਗੇ ਚੱਲ ਜੂਗਾ, ਫਕੀਰ ਕਿਤੇ ਟਿਕਦਾ ਨਹੀਂ ਹੁੰਦਾ। ਏਦਾਂ ਦੀਆਂ ਗੱਲਾਂ ਉਹ ਕਰ ਰਹੇ ਨੇ। ਬਾਕੀ ਜਿਹੜਾ ਲਾਲ ਬਾਦਸ਼ਾਹ ਵਾਲਾ ਉਹ ਕੋਈ ਦੱਸ ਨਹੀਂ ਰਿਹਾ ਜੀ, ਇਹ ਵੀ ਰਾਧਾ ਸੁਆਮੀਆਂ ਤੋਂ ਘੱਟ ਨਹੀਂ ਗਏ ਜੀ। ਇਹ ਕੋਈ ਦੱਸਦੇ ਨਹੀਂ ਕਿ ਅੰਦਰ ਹੋਇਆ ਕੀ ਹੈ। ਜਿਹਦੀ ਇੰਨੀ ਮਾਨਤਾ ਹੋਵੇ, ਇੰਨਾ ਚੜਾਵਾ ਹੋਵੇ, ਚੁੱਪ ਕੀਤੇ ਤਾਂ ਛੱਡ ਕੇ ਹੰਸਰਾਜ ਹੰਸੂਰੀ ਨਹੀਂ ਆ ਸਕਦੇ। ਕੋਈ ਨਾ ਕੋਈ ਕਹਾਣੀ ਹੋਰ ਹੈ। ਡੇਰੇ ਦੀ ਕਮੇਟੀ ਕਹਿੰਦੀ ਆ ਮਨਾ ਕੇ ਛੇਤੀ ਲੈ ਆਵਾਂਗੇ, ਇਹਦਾ ਮਤਲਬ ਨਾਰਾਜ਼ਗੀ ਤਾਂ ਕੋਈ ਨਾ ਕੋਈ ਹੋਈ ਹੈ। ਫਿਰ ਇਹ ਆਊਗਾ ਜੀ ਕਿ ਮੈਂ ਤਾਂ ਨਸ਼ਿਆਂ ਦਾ ਵਿਰੁੱਧ ਪ੍ਰਚਾਰ ਕਰਨਾ ਸੀ, ਇਸ ਕਰਕੇ ਮੈਂ ਵਾਪਸ ਆ ਗਿਆ। ਡੇਰੇ ਤੇ ਆ ਜਾਣਗੇ ਛੇਤੀ। ਤੇ ਬਿਲਕੁਲ ਜੀ, ਜਿਵੇਂ ਤੁਸੀਂ ਨਸ਼ਿਆਂ ਦੀ ਗੱਲ ਕੀਤੀ ਆ, ਤੇ ਹੁਣ ਜਦੋਂ ਨਸ਼ਿਆਂ ਦੀ ਗੱਲ ਕਰਦੇ ਸੀ ਸਾਰੇ ਕਹਿੰਦੇ ਸੀ ਨਸ਼ਾ ਆ, ਉਸ ਵੇਲੇ ਉਹ ਲੋਕ ਨਹੀਂ ਸੀ ਬੋਲਦੇ। ਹੁਣ ਕਿਸੇ ਨੇ ਚਿੱਟੇ ਪਾ ਲਏ ਆ, ਕਿਸੇ ਨੇ ਭਗਵੇਂ ਪਾ ਲਏ ਆ, ਕਿਸੇ ਨੇ ਕਾਲੇ ਪਾ ਲਏ ਆ, ਤੇ ਸਾਰੇ ਹੀ ਹੁਣ ਜਿਵੇਂ ਗੱਲ ਚੱਕੀ ਗਈ ਆ ਤੇ ਹੁਣ ਨਸ਼ਿਆਂ ਦੇ ਦੁਆਲੇ ਹੋ ਗਏ ਆ। ਕੀ ਕਾਰਨ ਹੋ ਸਕਦਾ ਆ ਕਿ ਜਿਵੇਂ ਜਿਹੜੀ ਗੱਲ ਆ ਗਈ ਆ ਉਸ ਦਾ ਲਾਹਾ ਖੱਟ ਲਓ? ਬਿਲਕੁਲ ਜੀ, ਇਸ ਪਾਸੇ ਵੱਲ ਨੂੰ ਸ਼ਾਇਦ ਇੰਨੇ ਸਾਲ ਤਾਂ ਬੋਲਿਆ ਨਹੀਂ ਜੀ ਕੋਈ ਵੀ, ਨਾ ਈਵਨ ਇਹਨਾਂ ਨੇ ਬੋਲਣ ਵਾਲਿਆਂ ਦਾ ਸਾਥ ਦਿੱਤਾ ਜੀ। ਉਹਨਾਂ ਦੇ ਤਾਂ ਵਿਰੋਧ ਦੇ ਵਿੱਚ ਹੀ ਖੜੇ ਰਹੇ। ਹੁਣ ਕਿਉਂਕਿ ਡਿਊਰਿੰਗ ਲੋਕ ਸਭਾ ਚੋਣਾਂ ਦੇ ਇਹ ਮੁੱਦਾ ਭਖਿਆ ਬੜਾ ਜੀ, ਔਰ ਹੁਣ ਇਸ ਪਾਸੇ ਵੱਲ ਸਾਰਾ ਹੀ ਜਿਹੜਾ ਜੀ ਉਹ ਤੁਰ ਪੈਣਾ ਚਾਹੁੰਦਾ। ਇਹਦੇ 'ਚ ਹੁਣ ਅਕਾਲ ਤਖਤ ਤੇ ਜਥੇਦਾਰ ਦਾ ਬਿਆਨ ਵੀ ਪਿਛਲੇ ਦਿਨਾਂ ਦੇ ਵਿੱਚ ਸੀਚੇਵਾਲ ਦੇ ਵਿੱਚ ਆ ਗਿਆ ਜਾ ਕੇ। ਬਾਬਾ ਸੀਚੇਵਾਲ ਤੁਰੇ ਨੇ, ਬੇਸ਼ੱਕ ਬਹੁਤ ਲੇਟ ਤੁਰੇ ਨੇ ਜੀ, ਇੰਨੀ ਦੇਰ ਪਹਿਲਾਂ ਉਹਨਾਂ ਨੂੰ ਤੁਰਨਾ ਚਾਹੀਦਾ ਸੀਗਾ। ਕਾਰ ਸੇਵਾ ਵਾਲਿਆਂ ਦਾ ਲਾਣਾ ਬੜਾ ਵੱਡਾ ਜੀ, ਇਹਨਾਂ ਦੇ ਵੱਲੋਂ ਕੋਈ ਬੋਲਦਾ ਹੀ ਨਹੀਂ ਗਿਆ। ਨਿਹੰਗ ਜਥੇਬੰਦੀਆਂ ਕਿੰਨੀਆਂ ਇੱਥੇ ਪੰਜਾਬ ਦੇ ਵਿੱਚ ਹਰ ਕਰਦੇ ਫਿਰਦੇ ਨੇ ਚਾਰ ਸਵੇਰੇ, ਇਹਨਾਂ ਦੇ ਵੱਲੋਂ ਕੋਈ ਬੋਲਦਾ ਨਹੀਂ ਜੀ। ਕੋਈ ਇਸ ਮਾਮਲੇ ਦੇ ਉੱਤੇ ਬਿਆਨ ਦੇਣ ਤੱਕ ਨੂੰ ਜਿਹੜਾ ਤਿਆਰ ਨਹੀਂ ਗਾ। ਹਾਂ, ਹੁਣ ਕੁਝ ਲੋਕ ਜਿਹੜੇ ਨੇ ਉਹਨਾਂ ਨੂੰ ਲੱਗਦਾ ਕਿ ਬਿਆਨ ਛਪ ਸਕਦਾ, ਇਸ ਕਰਕੇ ਉਹ ਬਿਆਨ ਦੇਣ ਲੱਗ ਪਏ ਨੇ। ਇਸ ਮਾਮਲੇ ਦੇ ਉੱਤੇ ਬੜੀ ਗੰਭੀਰਤਾ ਦੇ ਨਾਲ ਕੰਮ ਕਰਨ ਦੀ ਜ਼ਰੂਰਤ ਹੈ। ਬਿਆਨ ਦੇ ਕੇ ਜਾਂ ਬੋਲ ਕੇ ਇਹਦਾ ਜਿਹੜਾ ਨਸ਼ਾ ਨਾ ਜੀ ਉਹਦੇ ਤੋਂ ਨਿਜਾਤ ਨਹੀਂ ਪਾਈ ਜਾ ਸਕਦੀ। ਇਹਦੇ ਵਾਸਤੇ ਟੁੱਟ ਚੁੱਕੇ, ਮੁੱਕ ਚੁੱਕੇ, ਤਕਰੀਬਨ ਮਰ ਚੁੱਕੇ ਜਿਹੜੇ ਲੋਕ ਨੇ ਉਹਨਾਂ ਨੂੰ ਠੁੰਮਣਾ ਦੇਣ ਦੀ ਜ਼ਰੂਰਤ ਹੈ। ਇਹ ਦੱਸਣ ਦੀ ਜ਼ਰੂਰਤ ਹੈ ਕਿ ਅਸੀਂ ਤੁਹਾਡੇ ਨਾਲ ਖੜੇ ਆ। ਜੇ ਥੋੜਾ ਠੁੰਮਣਾ ਮਿਲ ਪਿਆ ਤਾਂ ਉਹ ਲੋਕ ਜਿਹੜੇ ਨੇ ਉਹ ਅੱਗੇ ਵੱਧ ਸਕਦੇ ਨੇ। ਪਰ ਮੁਸ਼ਕਲ ਇਹ ਹੈ ਕਿ ਜਿਹੜੇ ਲੋਕਾਂ ਦੇ ਬਿਆਨ ਆ ਰਹੇ ਨੇ ਉਹ ਆਮ ਲੋਕਾਂ ਦੇ ਨਾਲ ਤਾਂ ਕੱਟੇ ਵੱਢੇ ਹੋਏ ਲੋਕ ਨੇ ਜੀ, ਉਹ ਆਮ ਲੋਕਾਂ ਦੇ ਡੇਰੇ ਨਹੀਂ ਹੈਗੇ, ਜਿਸ ਕਰਕੇ ਉਹਨਾਂ ਦੀ ਨਬਜ਼ ਉਹ ਨਹੀਂ ਢੋ ਸਕਦੇ। ਬਿਲਕੁਲ ਜੀ, ਕੁਝ ਕੁ ਲੋਕਾਂ ਦੇ ਇਦਾਂ ਦੇ ਮੈਂ ਬਿਆਨ ਪੜ੍ਹੇ ਆ ਜਿਨ੍ਹਾਂ ਦੀਆਂ ਖਬਰਾਂ ਹੁੰਦੀਆਂ ਸੀਗੀਆਂ ਕਿ ਜਿਹੜਾ ਵੀ ਕੰਮ ਉਹ ਆਪਣੇ ਸੇਵਾਦਾਰਾਂ ਤੋਂ ਜਾਂ ਬੰਦੇ ਲਾ ਕੇ ਕਰਦੇ ਸੀ, ਲੇਬਰ ਤੋਂ ਕਰਵਾਉਂਦੇ ਸੀ, ਉਹ ਨਸ਼ਾ ਖੜਾ ਕੇ ਲਵਾਉਂਦੇ ਸੀ। ਪਰ ਅੱਜ ਬਿਆਨ ਉਹਨਾਂ ਦੇ ਸੁਣਦੇ ਆ ਕਿ ਉਹ ਵੀ ਇਸ ਮੁਹਿੰਮ ਨੂੰ ਜਿਹੜਾ ਸ਼ੁਰੂ ਕਰਨਗੇ। ਤੇ ਅੱਗੇ ਚੱਲਦੇ ਜੀ, ਆਪਣੀ ਆਖਰੀ ਖਬਰ ਹੋਊਗੀ ਜਿਵੇਂ ਖੇਡਾਂ ਦੇ ਵੱਲ ਚੱਲਦੇ ਆ ਕਿ ਭਾਰਤੀ ਹਾਕੀ ਟੀਮ ਦੇ ਵਿੱਚ 4 ਪੰਜਾਬੀਆਂ ਦਾ ਆਉਣਾ, ਉਹ ਵੀ ਜਲੰਧਰ ਦੇ। ਕੀ ਕਾਰਨ ਆ? ਕੀ ਉਹਨਾਂ ਨੂੰ ਹੁਣ ਲੱਗਾ ਆ ਕਿ ਮੁੜ ਕੇ ਹਾਕੀ ਨੂੰ ਉੱਥੇ ਲਿਆ ਸਕਦੇ ਆ? ਜਿੰਨੀ ਦੇਰ ਤੱਕ ਜਿਹੜੇ ਜੀ ਪੰਜਾਬੀ ਮੁੰਡੇ ਖੇਡਦੇ ਹੁੰਦੇ ਸੀਗੇ, ਜਾਂ ਜੇ ਇਹ ਕਹਿ ਲਿਆ ਜਾਵੇ ਕਿ ਦੁਆਬੇ ਦੇ ਵਿੱਚੋਂ ਬੜੇ ਵੱਡੀ ਗਿਣਤੀ ਦੇ ਵਿੱਚ ਮੁੰਡੇ ਜਿਹੜੇ ਖੇਡਦੇ ਹੁੰਦੇ ਸੀਗੇ, ਉਨੀ ਦੇਰ ਤੱਕ ਹਾਕੀ ਜਿਹੜੀ ਸੀ ਉਹ ਸਿਖਰ ਤੇ ਹੁੰਦੀ ਸੀਗੀ। ਹੌਲੀ ਹੌਲੀ ਫਿਰ ਕੋਟਾ ਸਿਸਟਮ ਆ ਗਿਆ ਜੀ ਕਿ ਹਰੇਕ ਸੂਬੇ ਚੋਂ ਚਾਹੀਦੇ ਨੇ, ਇੱਥੋਂ ਵੀ ਚਾਹੀਦੇ। ਜਿੱਥੇ ਹਾਕੀ ਦਾ ਨਾਂ ਲੈਣ ਵਾਲਾ ਕੋਈ ਨਹੀਂ ਸੀ ਉਹ ਵੀ ਇੰਟਰਨੈਸ਼ਨਲ ਲੈਵਲ ਦੇ ਉੱਤੇ ਖੇਡ ਗਏ। ਹੁਣ ਇੱਕ ਵਾਰੀ ਫਿਰ ਜਲੰਧਰ ਦਾ ਨਾਮ ਦੀ ਵਿਸ਼ਵ ਹਾਕੀ ਕੱਪ ਦੇ ਵਿੱਚ ਚਮਕਣ ਦੀ ਆਸ ਜਿਹੜੀ ਹੈ ਨਾ ਜੀ ਉਹ ਵੱਜੀ ਹੈ। ਜਲੰਧਰ ਸ਼ਹਿਰ ਦੇ 4 ਖਿਡਾਰੀ ਜਿਹੜੇ ਨੇ ਉਹ ਹਾਲੈਂਡ ਦੇ ਵਿੱਚ ਵਿਸ਼ਵ ਹਾਕੀ ਕੱਪ ਜਿਹੜਾ ਸ਼ੁਰੂ ਹੋਣ ਵਾਲਾ ਜੀ ਉਹਦੇ ਵਿੱਚ 4 ਜਲੰਧਰੀਏ ਜਿਹੜੇ ਨੇ ਜੀ ਉਹ ਹਿੱਸਾ ਲੈ ਰਹੇ ਨੇ ਜੀ। ਔਰ ਇੱਕ ਟਾਈਮ ਇਹ ਹੁੰਦਾ ਸੀਗਾ ਭਾਰਤੀ ਹਾਕੀ ਟੀਮ ਦੇ ਵਿੱਚ 8 ਖਿਡਾਰੀ ਜਿਹੜੇ ਉਹ ਕੱਲੇ ਸੰਸਾਰਪੁਰ ਦੇ ਖੇਡਦੇ ਹੁੰਦੇ ਸੀਗੇ ਜੀ। ਔਰ ਉਦੋਂ ਭਾਰਤੀ ਹਾਕੀ ਟੀਮ ਦੇ ਸੋਨੇ ਦਾ ਤਗਮਾ ਜਿਹੜਾ ਸੀਗਾ ਉਹ ਜਿੱਤਿਆ ਵੀ, ਔਰ ਉਦੋਂ ਪੱਕੀ ਗਰੰਟੀ ਸਮਝੀ ਜਾਂਦੀ ਹੁੰਦੀ ਸੀ ਵੀ ਇਹ ਟੀਮ ਜਿਹੜੀ ਆ ਉਹ ਅੱਗੇ ਵਧੂਗੀ। ਇੱਕ ਵਾਰੀ ਫੇਰ ਜਿਹੜਾ ਜੀ ਕੁਝ ਮੁੰਡੇ ਜਿਹੜੇ ਨੇ ਉਹ ਸਾਹਮਣੇ ਆਏ ਨੇ। ਇਹਦੇ ਜਸਜੀਤ ਸਿੰਘ ਕੁਲਾਰ ਸ਼ਾਮਲ ਹੈ ਜੀ, ਜਿਹੜਾ ਸੰਸਾਰਪੁਰ ਦਾ ਰਹਿਣ ਵਾਲਾ। ਗੁਰਬਾਜ ਸਿੰਘ ਪੰਜਾਬ ਪੁਲਿਸ ਦਾ ਜਵਾਨ ਹੈ, ਉਹ PAP ਦੇ ਵਿੱਚ ਹੈ। ਇਹ ਤੋਂ ਇਲਾਵਾ ਮਨਪ੍ਰੀਤ ਸਿੰਘ ਤੇ ਮਨਦੀਪ ਸਿੰਘ ਜਿਹੜਾ ਵਿਸ਼ਵ ਹਾਕੀ ਕੱਪ ਦੇ ਆਪਣੇ ਜੌਹਰ ਦਿਖਾਉਣ ਦਾ ਜੀ ਇਹਨਾਂ ਨੂੰ ਮੌਕਾ ਜਿਹੜਾ ਜੀ ਉਹ ਮਿਲਿਆ। ਜਲੰਧਰ ਸ਼ਹਿਰ ਨੂੰ ਹਾਕੀ ਦਾ ਭੰਗੂੜਾ ਕਿਹਾ ਜਾਂਦਾ।
ਕਿਉਂਕਿ ਸੰਸਾਰਪੁਰ, ਖੁਸਰੋਪੁਰ, ਮਿੱਠਾਪੁਰ ਪਿੰਡ ਜਿਹੜੇ ਨੇ ਜੀ ਇਹਨਾਂ ਨੇ ਹਾਕੀ ਦੇ ਨਾਮਵਰ ਖਿਡਾਰੀ ਦਿੱਤੇ ਨੇ ਔਰ ਇਹ 4 ਮੁੰਡਿਆਂ ਦੇ ਆਉਣ ਦੇ ਨਾਲ ਇੱਕ ਨਵੀਂ ਜਾਨ ਜਿਹੜੀ ਹੈ ਜੀ ਉਹ ਭਾਰਤੀ ਹਾਕੀ ਦੀ ਟੀਮ ਦੇ ਵਿੱਚ ਪਈ ਆ। ਦੇਖਦੇ ਆ ਜੀ ਇਹ ਜਾਨ ਕਿੰਨੀ ਕੁ ਉਹ ਦਿਖਾ ਸਕਦੀ ਹੈ। ਜੀ ਤੇ ਅਖੀਰ ਵਿੱਚ ਅਜ਼ਨਾਮਾ ਕਿ ਮੀਟਿੰਗ ਲਾਈ ਪੰਜਾਬ ਦੀ ਭਾਜਪਾ ਨੇ, ਝੜੀ ਭਾਸ਼ਣਾਂ ਦੀ ਗਈ ਲਾਈ ਲਾਲਾ। ਮੀਟਿੰਗ ਲਾਈ ਪੰਜਾਬ ਦੀ ਭਾਜਪਾ ਨੇ, ਝੜੀ ਭਾਸ਼ਣਾਂ ਦੀ ਗਈ ਲਾਈ ਲਾਲਾ। ਭਾਸ਼ਣ ਕਰਕੇ ਪੰਜਾਬ ਬਾਰੇ ਮਗਰੋਂ ਮੋਦੀ ਨੂੰ ਦਿੱਤੀ ਵਧਾਈ ਲਾਲਾ। ਜੋਸ਼ੀ ਮੰਤਰੀ ਵਿੱਚ ਚਰਚਿਆਂ ਦੇ, ਮੰਗੀ ਉਸ ਤੋਂ ਨਹੀਂ ਸਫਾਈ ਲਾਲਾ। ਸਿੰਧੀ ਕਰਕੇ ਨਿੰਦਾ ਅਕਾਲੀਆਂ ਦੀ, ਰਸਮ ਜਿਹੀ ਹੀ ਜਾਪਦੀ ਪਾਈ ਲਾਲਾ। ਇਹਨਾਂ ਜਾ ਕੇ ਅਖੀਰ ਵਿੱਚ ਆਖਿਆ ਹੀ ਸਾਨੂੰ ਥੱਲੇ ਹੈ ਲਾਇਆ ਅਕਾਲੀਆਂ ਨੇ। ਇਹਨਾਂ ਜਾ ਕੇ ਅਖੀਰ ਵਿੱਚ ਆਖਿਆ ਹੀ ਸਾਨੂੰ ਥੱਲੇ ਹੈ ਲਾਇਆ ਅਕਾਲੀਆਂ ਨੇ, ਪਰ ਨਾ ਕਿਸੇ ਨੇ ਕਿਹਾ ਪੰਜਾਬ ਸਾਡਾ ਕੀਤਾ ਸਫਾਇਆ ਅਕਾਲੀਆਂ। ਥੈਂਕ ਯੂ ਬਲਤੇਜ ਪੰਨੂ ਜੀ, ਤੁਸੀਂ ਸਾਨੂੰ ਜਿਹੜਾ ਪੰਜਾਬ ਦਾ ਭਾਰਤ ਦੇ ਹਾਲਾਤਾਂ ਦੇ ਬਾਰੇ ਦੱਸਿਆ ਹੈ। ਥੈਂਕ ਯੂ ਜੀ, ਮਿਹਰਬਾਨੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।